ਆਇਲਸ ਐਗਜ਼ਾਮੀਨੇਸ਼ਨ ਦੇ ਵਿੱਚ ਸਪੀਕਿੰਗ ਮੋਡਿਊਲ ਦੇ ਵਿੱਚ ਇੱਕ ਹੈਂਡਸਮ ਬੈਂਡ ਸਕੋਰ ਲੈਣ ਦੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਆਪਾਂ ਨੂੰ ਉਸ ਪੈਰਾਮੀਟਰਸ ਦਾ ਜਾਂ ਉਸ ਕ੍ਰਾਈਟੀਰੀਆ ਦਾ ਪਤਾ ਹੋਵੇ ਜਿਹਦੇ ਬੇਸਿਸ ਤੇ ਆਪਾਂ ਨੂੰ ਇਵੈਲੂਏਟ ਕਰਕੇ ਬੈਂਡ ਸਕੋਰ ਦਿੱਤੇ ਜਾਂਦੇ ਨੇ। ਬੇਸਿਕਲੀ 4 ਕ੍ਰਾਈਟੀਰੀਆ ਨੇ, 4 ਪੈਰਾਮੀਟਰਸ ਨੇ। ਸਭ ਤੋਂ ਫਸਟ ਵਨ ਹੈ ਫਲੂਐਂਸੀ ਐਂਡ ਕੋਹੈਰੈਂਸ, ਪ੍ਰੋਨੰਸੀਏਸ਼ਨ, ਗ੍ਰਾਮੈਟਿਕਲ ਰੇਂਜ ਐਂਡ ਐਕੂਰੇਸੀ, ਲੈਕਸੀਕਲ ਰਿਸੋਰਸਿਸ ਜਿਨ੍ਹਾਂ ਨੂੰ ਆਪਾਂ ਵੋਕੈਬਲਰੀ ਦਾ ਨਾਮ ਦਿੰਦੇ ਨੇ। ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਮਟੀਰੀਅਲ ਚੀਜ਼ ਹੈ ਫਲੂਐਂਸੀ ਐਂਡ ਕੋਹੈਰੈਂਸ ਨੂੰ ਸਮਝਣਾ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੌਜੀਕਲੀ ਅਤੇ ਆਰਡਰਲੀ ਕਿਸ ਤਰੀਕੇ ਨਾਲ ਆਨਸਰ ਕੀਤਾ ਜਾਂਦਾ ਉਸ ਚੀਜ਼ ਨੂੰ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਔਰ ਇਸ ਚੀਜ਼ ਨੂੰ ਆਪਾਂ ਕੁਝ ਐਗਜ਼ਾਮਪਲਸ ਦੇ ਥਰੂ ਜ਼ਿਆਦਾ ਅੱਛੇ ਤਰੀਕੇ ਨਾਲ ਸਮਝ ਸਕਦੇ ਹਾਂ। ਆਇਲਸ ਦੇ ਵਿੱਚ ਫਲੂਐਂਸੀ ਐਂਡ ਕੋਹੈਰੈਂਸ ਨੂੰ ਇਕੱਠਾ ਜੋੜ ਕੇ ਜੋ ਇਹਦਾ ਮੀਨਿੰਗ ਬਣਦਾ ਆ ਉਹ ਇਹ ਬਣਦਾ ਕਿ ਤੁਹਾਡਾ ਇੱਕ ਆਨਸਰ ਜਿਹੜਾ ਤੁਸੀਂ ਦੇ ਰਹੇ ਆ ਉਹ ਮੀਨਿੰਗਫੁਲ ਹੋਣਾ ਚਾਹੀਦਾ, ਵਿਦਆਊਟ ਪੌਜ਼ਸ ਔਰ ਰੈਪੀਟੇਸ਼ਨ ਤੋਂ। ਜਿੱਥੇ ਆਈਡੀਆਜ਼ ਨੂੰ ਸਭ ਤੋਂ ਜ਼ਰੂਰੀ ਗੱਲ ਡਿਵੈਲਪ ਕੀਤਾ ਜਾਊਗਾ ਲੌਜੀਕਲੀ ਔਰ ਆਰਡਰਲੀ, ਔਰ ਉਸੇ ਟਾਈਮ ਕੋਹੈਸਿਵ ਡਿਵਾਈਸਿਸ ਨੂੰ, ਜਿਹਨੂੰ ਸਾਈਨ ਪੋਸਟ ਵੀ ਬੋਲ ਦਿੰਦੇ ਆ, ਲਿੰਕਰ ਵੀ ਬੋਲ ਦਿੰਦੇ ਆ, ਫਿਲਰਸ ਵੀ ਬੋਲ ਦਿੰਦੇ ਆ, ਕਨੈਕਟਰਸ ਵੀ ਬੋਲ ਦਿੰਦੇ ਆ, ਢੁਕਵੇਂ ਤਰੀਕੇ ਦੇ ਨਾਲ ਯੂਜ਼ ਕੀਤਾ ਜਾਊਗਾ। ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੌਜ਼ਸ ਦੀ। ਜੇਕਰ ਆਪ ਜੀ ਪੌਜ਼ਸ ਕੋਈ ਆਈਡੀਆ ਸੋਚਣ ਲਈ ਲੈ ਰਹੇ ਆ, ਤੁਹਾਨੂੰ ਕੋਈ ਬਹੁਤ ਹੀ ਟਿਪੀਕਲ ਕੋਈ ਔਖਾ ਕੁਐਸਚਨ ਆ ਗਿਆ, ਤੁਸੀਂ ਉਹਦਾ ਆਈਡੀਆ ਸੋਚਣ ਲਈ ਪੌਜ਼ ਲੱਤਾ ਆ, ਤਾਂ ਉਹ ਜਸਟੀਫਾਈਡ ਆ, ਤੁਸੀਂ ਲੈ ਸਕਦੇ ਆ 1 ਸੈਕਿੰਡ 2 ਸੈਕਿੰਡ 3 ਸੈਕਿੰਡ। ਬਟ ਜੇਕਰ ਆਪ ਜੀ ਕੋਈ ਪੌਜ਼ ਲੈ ਰਹੇ ਆ ਇਹ ਸੋਚਣ ਦੇ ਲਈ ਕਿ ਉਰੇ ਕੋਈ ਗ੍ਰਾਮਰ ਦਾ ਨਿਊਐਂਸਿਸ ਦੇ ਵਿੱਚ ਕਿਆ ਲੱਗਣਾ, ਫॉर एग्जांपल ਵਿਲ ਲੱਗਣਾ ਕਿ ਵੁੱਡ ਲੱਗਣਾ, ਸ਼ੁੱਡ ਹੈਵ ਲੱਗਣਾ ਕਿ ਕੁਡ ਹੈਵ ਲੱਗਣਾ, ਤਾਂ ਕਿਤੇ ਨਾ ਕਿਤੇ ਉਹ ਗਲਤ ਹੈ। ਉਸੇ ਤਰੀਕੇ ਨਾਲ ਜੇਕਰ ਆਪ ਜੀ ਨੇ ਇਸ ਕਰਕੇ ਪੌਜ਼ ਲੱਤਾ ਹੈ ਕਿ आपने कोई वोकैबुलरी ਦਾ ਵਰਡ ਦਿਮਾਗ 'ਚ ਲੈ ਕੇ ਆ ਰਹੇ हैं, फॉर एग्जांपल ਇਨਹੈਂਸ ਲਗਾਉਣਾ ਹੈ, ਇਨਕਰੀਜ਼ ਲਗਾਉਣਾ ਹੈ ਜਾਂ ਔਗਮੈਂਟ ਲਗਾਉਣਾ, ਤਾਂ ਕਿਤੇ ਨਾ ਕਿਤੇ ਉਹ ਵੀ ਜਸਟੀਫਾਈਡ ਨਹੀਂ ਹੈਗਾ, ਉੱਥੇ ਆਪਦੇ ਬੈਂਡ ਸਕੋਰ ਡਿਡਕਟ ਹੋਣਗੇ ਹੀ ਹੋਣਗੇ। ਉਸ ਤੋਂ ਬਾਅਦ ਆਉਂਦਾ ਰੈਪੀਟੇਸ਼ਨ। ਰੈਪੀਟੇਸ਼ਨ 3 ਚੀਜ਼ਾਂ ਦੀ ਹੋ ਸਕਦੀ ਹੈ, ਵਰਡਸ ਦੀ, ਸੈਂਟੈਂਸਸ ਦੀ ਔਰ ਕਿਤੇ ਨਾ ਕਿਤੇ ਐਕਸਪ੍ਰੈਸ਼ਨ ਦੀ ਵੀ। ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਕੇ ਐਕਸਪਲੇਨ ਕਰ ਸਕਦੇ ਹਾਂ, ਖਾਸ ਕਰਕੇ ਰੈਪੀਟੇਸ਼ਨ ਆਫ ਵਰਡਸ ਐਂਡ ਰੈਪੀਟੇਸ਼ਨ ਆਫ ਐਕਸਪ੍ਰੈਸ਼ਨ। ਜਿਵੇਂ ਕਿ ਕੋਈ ਮੈਨੂੰ ਪੁੱਛੇ ਕਿ ਮੈਨੂੰ ਕਿਹੜੀਆਂ ਸਪੋਰਟਸ ਹੈ ਜਿਹੜੀਆਂ ਖੇਡਣੀਆਂ ਪਸੰਦ ਹੈ, ज़्यादातर बच्चे क्या करते हैं, आई लव क्रिकेट, आई लव फुटबॉल, आई लव दिस, आई लव दैट। और समटाइम्स तो वो ये करते हैं कि सिर्फ नाउन बोलते हैं, क्रिकेट, फुटबॉल, वॉलीबॉल, कबड्डी नहीं। दिस इज़ नॉट द राइट वे टू आंसर योर क्वेश्चन, स्पैशली इन आइल्स इंटरव्यू। ਆਪਾਂ ਨੇ याद रखना कि अपना वर्ड भी रिपीट ना हो और अपना एक्सप्रैशन भी रिपीट ना हो। एग्जाम्पल चेक करते हैं। क्वेश्चन है, वट स्पोर्ट्स डू यू लाइक टू प्ले। आप कह सकते हैं, आई लव क्रिकेट, ever since I got into my senses I have been enjoying it like anything। ਜਦੋਂ ਦਾ ਮੈਂ ਹੋਸ਼ 'ਚ ਆਇਆ ਜੀ ਉਦੋਂ ਦਾ ਮੈਂ ਇਸ ਕ੍ਰਿਕਟ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਿਹਾ ਹਾਂ। I also like to play volleyball, I have a keen interest in this game। ਦੁਬਾਰਾ ਮੈਂ I love ਨਹੀਂ ਕਿਹਾ, ਮੈਂ I like ਕਿਹਾ। ਉਸ ਤੋਂ ਬਾਅਦ then one can find me participating in football and basketball। ਕੋਈ ਬੰਦਾ ਮੈਨੂੰ ਬਾਸਕਟਬਾਲ ਔਰ ਫੁੱਟਬਾਲ ਖੇਡਦੇ ਵੀ ਦੇਖ ਸਕਦਾ, ਮੈਨੂੰ ਪਾਰਟੀਸਿਪੇਟ ਕਰਦੇ ਵੀ ਦੇਖ ਸਕਦਾ। मतलब ਗੱਲ ਤਾਂ ਇਹ ਹੈ ਜੀ ਕਿ ਮੈਂ ਸਿਰਫ ਕ੍ਰਿਕਟ, ਵਾਲੀਬਾਲ, ਫੁੱਟਬਾਲ ਔਰ ਬਾਸਕਟਬਾਲ 4 ਨਾਮ ਹੀ ਲੈਣੇ ਸੀ, ਬਟ ਕਿਤੇ ਨਾ ਕਿਤੇ ਮੈਂ ਉਹਨਾਂ ਦੇ ਨਾਲ ਜਿਹੜੇ ਵਰਬ ਲੱਗਣੇ ਉਹ ਰਿਪੀਟ ਨਹੀਂ ਕਰਨੇ, ਔਰ ਸਭ ਤੋਂ ਬੜੀ ਗੱਲ ਮੈਂ ਐਕਸਪ੍ਰੈਸ਼ਨ ਰਿਪੀਟ ਨਹੀਂ ਕਰਨਾ। ਉਸ ਤੋਂ ਬਾਅਦ ਆਉਂਦੀ ਹੈ ਰੈਪੀਟੇਸ਼ਨ ਆਫ ਸੈਂਟੈਂਸਸ। ਹੁੰਦਾ ਕੀ ਹੈ, ਬੱਚਾ ਰੱਟਾ ਲਗਾ ਕੇ ਜਾਂਦਾ, ਕਿਊ ਕਾਰਡ ਰੱਟਾ ਲੱਗਿਆ ਵਾ ਹੁੰਦਾ, ਡਿਸਕਸ਼ਨ ਕੁਐਸਚਨ ਸਮਟਾਈਮਸ ਰੱਟੇ ਵਾਲੇ ਆ ਜਾਂਦੇ ਆ, ਜਨਰਲ ਕੁਐਸਚਨ ਰੱਟੇ ਵਾਲੇ ਆ ਜਾਂਦੇ ਆ। ਬੱਚੇ ਨੂੰ ਦੱਸਿਆ ਜਾਂਦਾ कि आप जी ने जो क्यू कार्ड आ गया तो बोलना स्टार्ट कर देना। बच्चा बोलना स्टार्ट करता, पर्टिकुलर फ्रेज से जाके एक पर्टिकुलर लैवल पर जाके वो लाइन भुल जाता, दोबारा फिर वो उस सेंटेंस में उस लाइन में रीस्टार्ट कर देंदा। रैपीटेशन वो उस लाइन की हो जाती है, रिपीट हो जाती है। ये बिल्कुल गलत है। इस करके बार बार कहा जाता है कि कदे भी क्रैमिंग, कदे भी मग अप रट्टा घोटा जो पंजाबी का है वो नहीं लगा के जाना। तुसी अपना उत्थे खुद का क्यू कार्ड खुद के जोड़े आइडियाज़ ने आप जनरेट करने की कोशिश करो। आप जेकर थोड़े नाल वो चीज़ नहीं हुई तो कितना किते आप मैन्यूपलेट कर दो, बट किसी का रटिया रटाया आंसर ना लगाओ। जेकर कोई रटिया रटाया आंसर मिलता तो उन्होंने अपनी असिस्टेंस लिए यूज़ करो, ना कि टोटल रिलायंस वो उत्ते ही करो। इस तो बाद सब तो इंपॉर्टेंट चीज़ आती है जी कि आंसर अपने एक लॉजिकल आंसर के तौर पर देना है। फॉर एग्जाम्पल मैनू कोई पूछे कि क्या मैं मूवीज़ नू सिनेमा हॉल 'ਚ ਜਾ ਕੇ ਦੇਖਣਾ ਪਸੰਦ ਕਰਦਾ ਜਾਂ ਘਰ 'ਚ ਬੈਠ ਕੇ ਦੇਖਣਾ ਪਸੰਦ ਕਰਦਾ, ਤਾਂ ਮੈਂ ਇੱਕ ਪਾਸੇ ਨਹੀਂ ਜਾਊਂਗਾ। ਲੌਜੀਕਲ ਆਨਸਰ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਡਿਪੈਂਡ ਕਰਦਾ ਅਵੇਲੇਬਿਲਿਟੀ ਆਫ ਟਾਈਮ ਤੇ ਜਨਰ ਆਫ ਮੂਵੀ ਤੇ। ਮਤਲਬ ਕਾਈਂਡ ਆਫ ਮੂਵੀ ਕਿੱਦਾਂ ਦੀ ਹੈ, ਐਕਸ਼ਨ ਹੈ, ਫਿਕਸ਼ਨ ਹੈ, ਕਿਸ ਤਰੀਕੇ ਦੀ ਹੈ।
जेकर मेरे को सफिशेंट टाइम होगा और मूवी कोई एक्शन या फिक्शन जिहड़ी कि मेरी बहुत ज़्यादा फेवरेट मूवीज़ चों एक है वो होगी, तो मैं प्रैफर करूँगा मूवी नूं सिनेमा हॉल 'ਚ जाके देखना। अदरवाइज़ मैं घर बैठ के मूवी भी इंजॉय कर सकदा। मैनूं क्वेश्चन पुछया जा रिहा कि मैं किहड़ी लैंग्वेज दा यूज़ करदा राइटिंग दे टाइम। अक्सर स्टूडेंट बोल देंगे इंग्लिश, हिंदी, पंजाबी नहीं। अगेन एक लॉजिकल आंसर की हो सकता है। लॉजिकल आंसर ये हो सकता है कि इट डिपेंड्स टू whom आई एम राइटिंग एंड what आई एम राइटिंग। मैं किनू लिख रहे हैं तो क्या लिख रहे हैं। फॉर एग्जाम्पल मैं ये कह सकता कि जेकर मैं अपनी भूआ जी ਨੂੰ कुछ लिख रहे हैं, कोई चिट्ठी मैं अपनी भूआ जी ਨੂੰ लिख रहे हैं ਜਿਹੜੇ कि सिर्फ पंजाबी ही पढ़ सकते हैं, दैन इट इज़ ऑबवियस कि मैं पंजाबी का ही यूज़ करूँगा लिखण टाइम। पर जदों गल आती है मेरी पढ़ाई की, जदों गल आती है मेरे काम की, तो मैं इंग्लिश नूं ज़्यादा यूज़ करदा हां। इस तो बाद गल करते हैं जी ऑर्डरली की। अपना जिहड़ा आंसर है वो एक फ्लो च चलना चाहिए और उहदे विच जिहड़े कोहेसिव वर्ड्स ने जिन्हों आपां लिंकर्स कह सकते हैं वो अप्रोप्रीएटली लगने चाहिए ने। फॉर एग्जाम्पल अपन क्वेश्चन पूछा जाता है कि हाउ डू यू चूज़ द गिफ्ट। तुसी गिफ्ट है प्रेजेंट है किवें सिलेक्ट करते हैं, किवें चूज़ करते हैं। आप आराम दे नाल एक आंसर जनरेट कर सकते हैं। I take a few things into account while choosing any gift. First of all, the choice of the person whom I want to present the gift. Secondly, the occasion on what I am presenting the gift. Last but not least, my pocket, my budget, how much it allows me. और एक फ्लो च आंसर चल रहा है, एक ऑर्डर च आंसर चल रहा है कि कुछ चीज़ों मैं ध्यान च रखदा, सब तो पहला, दूजी, सब तो आखिरी, बट छोटी गल नहीं। ये सारा क्या एक अच्छे फ्लो की निशानी है। इस तो बाद एक बहुत ही खास चीज़ ध्यान देने योग यह है कि जो क्वेश्चन पूछा जाए उहदा ही आंसर देना। समटाइम्स आपां नूं क्वेश्चन कुछ होर पूछा जाता है तो आपां नूं उस क्वेश्चन नाल रिलेटेड जो भी चीज़ पता होंदी है अपनी बोलना शुरू कर देंगे हैं। यानी परफेक्ट एग्जाम्पल यह है कि क्वेश्चन पूछा जाता अक्सर बच्चों नूं वट काइंड्स ऑफ एप्लीकेशनस डू यू हैव इन योर स्मार्टफोन। थोड़े स्मार्टफोन के विच किस तरह दीयां एप्लीकेशनस ने। ਆਪਾਂ काइंड ऑफ एप्लीकेशन की जगह नेम ऑफ एप्लीकेशन अपने आंसर च इनकलूड कर लें। ਆਪਾਂ कह दें जी साढ़े को व्हाट्सएप है, फेसबुक है, इंस्टाग्राम है, साढ़े को है वो है। ये काइंड्स ऑफ एप्लीकेशन नहीं हैगियां, ये नेम ऑफ एप्लीकेशनस ने। काइंड ऑफ एप्लीकेशन का मतलब है आप एक आंसर चेक कर सकते हैं। देयर आर सेवरल काइंड्स ऑफ एप्लीकेशनस इन माई स्मार्टफोन। से सोशल नेटवर्किंग एप्लीकेशनस, weather forecast applications, navigation, shopping, banking and all other what are common nowadays। इस तो बाद एक होर बहुत ही ज़्यादा ज़रूरी एलिमेंट है थोड़े आंसर दे विच एंड दैट इज़ नोन एज प्रेजेंस ऑफ माइंड। प्रेजेंस ऑफ माइंड बहुत ही ज़्यादा ज़रूरी होना चाहिए है। फॉर एग्जाम्पल मैनू कोई बंदा ये पूछ रहा है कि मैनू एक स्किल सीखने की लोड़ है तो वो स्किल मैं किस तो सीखांगा, टीचर्स तो, पेरेंट्स तो या फिर फ्रेंड्स तो। अक्सर उहदे स्टूडेंट का दिमाग एक पासे ही चलता है, वो किते ना किते अपना प्रेजेंस ऑफ माइंड नहीं अप्लाई करता। जेकर आप प्रेजेंस ऑफ माइंड ਨੂੰ ਅਪਲਾਈ ਕਰੀਏ ਤਾਂ ਆਨਸਰ ਇਹ ਹੋ ਸਕਦਾ ਕਿ ਕੋਈ ਮਰਜ਼ੀ ਜਾਂ ਜਿਹੜਾ ਮਰਜ਼ੀ ਉਸ ਸਕਿੱਲ ਦੇ ਵਿੱਚ ਐਕਸਪਰਟ ਹੈ ਮੈਂ ਉਸ ਤੋਂ ਉਹ ਸਕਿੱਲ ਸਿੱਖਣਾ ਪਸੰਦ ਕਰੂੰਗਾ। whosoever is the expert I would like to learn from that person। ਉਹ ਪੇਰੈਂਟ ਵੀ ਹੋ ਸਕਦਾ, ਉਹ ਇੱਕ ਟੀਚਰ ਵੀ ਹੋ ਸਕਦਾ, ਇੱਕ ਦੋਸਤ ਵੀ ਹੋ ਸਕਦਾ। ਐਂਡ I will also consider one thing, I will learn that skill from that particular person who knows it well, how to deliver the same, how to impart knowledge about that skill। जिन्हों भी वो स्किल चंगे तरीके नाल सिखाना आंदा है, जेड़ा उस एक्सपर्ट है, मैं वो तो सीखूंगा। सो किते ना किते प्रेजेंस ऑफ माइंड है। प्रेजेंस ऑफ माइंड का एक होर अच्छा एग्जाम्पल ये हो सकता है। फॉर एग्जाम्पल तुसीं इंटरव्यू दे विच बैठे हैं और तुहानूं ये पूछा जा रहा है कि तुहानूं क्या लगता है तुसीं अगली कॉल किस नूं करोगे। तो थोड़ा आंसर हो सकता है कि whenever I get myself back after this interview, I shall make a call to my parents to let them know about my performance in this particular interview। ਜਦੋਂ ਮੈਨੂੰ ਮੇਰਾ ਸੈੱਲਫੋਨ ਵਾਪਸ ਮਿਲੂਗਾ ਇਸ ਇੰਟਰਵਿਊ ਤੋਂ ਬਾਅਦ ਤਾਂ ਮੈਂ ਆਪਣੇ ਪੇਰੈਂਟਸ ਨੂੰ ਕਾਲ ਕਰਕੇ ਦੱਸੂਗਾ ਜੀ ਮੈਂ ਕਿੱਦਾਂ ਦਾ ਪਰਫਾਰਮ ਕੀਤਾ ਇਸ ਇੰਟਰਵਿਊ ਦੇ ਵਿੱਚ। ਇਹ ਨਿਸ਼ਾਨੀ ਹੈ ਤੁਹਾਡੇ ਪ੍ਰੈਜ਼ੈਂਸ ਆਫ ਮਾਈਂਡ ਦੀ। ਇੱਕ ਹੋਰ ਗੱਲ ਅਕਸਰ ਦੇਖਣ ਚ ਆਉਂਦੀ ਹੈ ਕਿ ਬੱਚੇ ਕਈ ਵਾਰ ਕਿਸੇ ਕੁਐਸਚਨ ਦਾ ਆਨਸਰ ਦੇਣ ਲੱਗੇ ਸਿਰਫ ਨਾਊਨ ਯੂਜ਼ ਕਰਦੇ ਨੇ, ਉਹ ਸੈਂਟੈਂਸ ਨੂੰ ਪ੍ਰੋਪਰ ਸਟ੍ਰੈਚ ਨਹੀਂ ਕਰਦੇ। ਉਹ ਕਰਨਾ ਜ਼ਰੂਰੀ ਹੈ। ਜਿੱਦਾਂ ਕਿ ਕੋਈ ਮੈਨੂੰ ਪੁੱਛੇ ਕਿ ਮੈਂ ਕਿਹੜੀਆਂ ਸੋਸ਼ਲ ਮੀਡੀਆ ਵੈਬਸਾਈਟਸ ਨੂੰ ਯੂਜ਼ ਕਰਦਾ, ਤਾਂ ਮੈਂ ਸਿੱਧਾ ਹੀ ਨਹੀਂ ਕਹੂੰਗਾ ਜੀ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਵਿੱਟਰ। ਨਹੀਂ, ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਲੌਜੀਕਲੀ, ਆਰਡਰਲੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਸਟ੍ਰੈਚ ਕਰੂੰਗਾ।
ਜਿੱਦਾਂ ਕਿ ਮੈਂ ਕਹਿ ਸਕਦਾ ਕਿ ਮੋਸਟ ਆਫ ਦਾ ਟਾਈਮਸ ਆਈ ਯੂਜ਼ ਫੇਸਬੁੱਕ ਐਂਡ ਇੰਸਟਾਗ੍ਰਾਮ। ਹੁਣੇ ਮਤਲਬ ਲੇਟਲੀ ਆਈ ਹੈਵ ਮੇਡ ਐਨ ਅਕਾਊਂਟ ਔਨ ਸਨੈਪਚੈਟ। ਅਤੇ ਉਸ ਤੋਂ ਬਾਅਦ ਮੇਰੇ ਇੱਕ ਕਜ਼ਨ ਨੇ ਮੈਨੂੰ ਸੁਜੈਸਟ ਕੀਤਾ ਕਿ ਮੈਨੂੰ ਅਕਾਊਂਟ ਬਣਾਉਣਾ ਚਾਹੀਦਾ ਹੈ ਟਵਿੱਟਰ ਦੇ ਉੱਤੇ। ਸੋ ਆਈ ਮੇ ਹੈਵ ਐਨ ਅਕਾਊਂਟ ਔਨ ਟਵਿੱਟਰ ਸੂਨ, ਮੈਂ ਛੇਤੀ ਉੱਥੇ ਅਕਾਊਂਟ ਬਣਾ ਸਕਦਾ ਹਾਂ। ਉਰੇ ਮੈਂ 4 ਅੱਖਰ ਬੋਲਣ ਦੀ ਜਗ੍ਹਾ 3 ਲਾਈਨਸ ਬੋਲੀਆਂ, 3 ਸੈਂਟੈਂਸਿਸ ਬੋਲੀਆਂ, 3 ਵਾਕ ਪੂਰੇ ਬੋਲੇ ਹੈ, ਇੱਕ ਜ਼ਿਆਦਾ ਅੱਛਾ ਆਨਸਰ ਹੈ। ਇਸ ਤੋਂ ਨੈਕਸਟ ਪੈਰਾਮੀਟਰ ਹੈ ਆਪਣਾ ਪ੍ਰੋਨੰਸੀਏਸ਼ਨ। ਪ੍ਰੋਨੰਸੀਏਸ਼ਨ ਬਿਲਕੁਲ ਐਕੂਰੇਟ ਹੋਣੀ ਚਾਹੀਦੀ ਹੈ ਨੇਟਿਵ ਸਪੀਕਰਸ ਦੀ ਤਰ੍ਹਾਂ। ਫੋਰ ਐਗਜ਼ਾਮਪਲ ਜਿਹੜਾ ਨੇਟਿਵ ਸਪੀਕਰ ਜਿਸ ਤਰੀਕੇ ਨਾਲ ਇੱਕ ਵਰਡ ਨੂੰ ਪ੍ਰੋਨਾਊਂਸ ਕਰ ਰਿਹਾ ਹੈ, ਆਪਾਂ ਨੇ ਵੀ ਉਸੇ ਤਰੀਕੇ ਨਾਲ ਉਸ ਵਰਡ ਨੂੰ ਪ੍ਰੋਨਾਊਂਸ ਕਰਨਾ। ਮੀਨਸ ਪ੍ਰੋਨੰਸੀਏਸ਼ਨ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਸਭ ਤੋਂ ਜ਼ਿਆਦਾ ਗਲਤ ਪ੍ਰੋਨਾਊਂਸ ਕੀਤਾ ਜਾਣ ਵਾਲਾ ਵਰਡ ਆਇਲਸ ਦੇ ਵਿੱਚ ਆਇਲਸ ਹੀ ਹੈ। ਆਈਲੈਟਸ ਬੋਲਿਆ ਜਾਂਦਾ ਹੈ, ਆਈਲੈਟਸ ਨਹੀਂ ਹੈਗਾ, ਇਟਸ ਆਇਲਸ। ਬਹੁਤ ਵਾਰ ਬੱਚੇ ਬੋਲਦੇ ਨੇ ਮੇਰੇ ਕੈਰੀਅਰ ਦਾ ਸਵਾਲ ਹੈ, ਇਹ ਕੈਰੀਅਰ ਨਹੀਂ, ਇਟਸ ਕਰੀਅਰ। ਕੈਰੀਅਰ ਤਾਂ ਸਾਈਕਲ ਦੇ ਪਿੱਛੇ ਵਾਲਾ, ਜਾਂ ਫਿਰ ਅੱਜ ਕੱਲ੍ਹ ਸਾਰੇ ਕੋਵਿਡ ਦੇ ਕੈਰੀਅਰ ਬਣੇ ਫਿਰ ਰਹੇ ਨੇ ਇਨਸਾਨ। ਉਸ ਤੋਂ ਬਾਅਦ ਬਹੁਤ ਵਾਰੀ ਦੇਖਿਆ ਜਾਂਦਾ ਇੱਕ ਵਰਡ ਹੁੰਦਾ ਕੌਨਸ਼ੈਂਸ, ਬਟ ਆਪਾਂ ਉਹਨੂੰ ਅਕਸਰ ਕੰਸਾਈਂਸ ਦੇ ਤੌਰ 'ਤੇ ਹੀ ਪੜ੍ਹਦੇ ਨੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੁੱਤਾ ਹੁੰਦਾ ਗ੍ਰੇਟ ਡੇਨ, ਬਟ ਆਪਣੇ ਅਕਸਰ ਪੰਜਾਬੀ ਵੀਰ ਆਪਾਂ ਬੋਲਦੇ ਹਾਂ ਉਹਨੂੰ ਗ੍ਰੇਡੀਅਨ। ਉਹ ਗ੍ਰੇਡੀਅਨ ਨਹੀਂ, ਉਹ ਗ੍ਰੇਟ ਡੇਨ ਹੈ। ਉਸੇ ਤਰੀਕੇ ਦੇ ਨਾਲ ਇੱਕ ਲਾਸਟ ਵਰਡ ਆਪਾਂ ਦੇਖਦੇ ਹਾਂ ਐਕੈਡੈਮਿਕ, ਬਟ ਬਹੁਤ ਵਾਰ ਇਹਨੂੰ ਅਕੈਡਮਿਕ ਤੌਰ 'ਤੇ ਬੋਲਿਆ ਜਾਂਦਾ। ਇਹ ਅਕੈਡਮੀ ਨਾਲ ਰਿਲੇਟਿਡ ਨਹੀਂ ਹੈਗਾ, ਐਕੈਡੈਮਿਕ ਇਹਦੀ ਐਗਜ਼ੈਕਟ ਪ੍ਰੋਨੰਸੀਏਸ਼ਨ ਹੈ। ਇਸ ਤੋਂ ਬਾਅਦ ਇੱਕ ਗੱਲ ਕਹਿਣਾ ਚਾਹੂੰਗਾ, ਬਹੁਤ ਸਾਰੇ ਬੱਚੇ ਇਸ ਗੱਲ ਨੂੰ ਲੈ ਕੇ ਕਨਫਿਊਜ਼ਡ ਹੋ ਜਾਂਦੇ ਆ ਕਿ ਆਪਾਂ ਨੇ ਬ੍ਰਿਟਿਸ਼ ਐਕਸੈਂਟ ਫੋਲੋ ਕਰਨਾ ਹੈ ਜਾਂ ਅਮਰੀਕਨ। ਇੰਡੀਅਨ ਦਾ ਐਕਸੈਂਟ ਕਾਫੀ ਜ਼ਿਆਦਾ ਕਲੀਅਰ ਹੈ, ਜਿਹਨੂੰ ਹਰ ਗੋਰਾ, ਚਾਹੇ ਉਹ ਜਰਮਨ ਹੈ, ਚਾਹੇ ਉਹ ਬ੍ਰਿਟਿਸ਼ ਹੈ, ਚਾਹੇ ਉਹ ਕੈਨੇਡੀਅਨ ਹੈ, ਚਾਹੇ ਉਹ ਅਮਰੀਕਨ ਹੈ, ਉਹ ਈਜ਼ੀਲੀ ਗ੍ਰੈਬ ਕਰ ਲੈਂਦਾ, ਈਜ਼ੀਲੀ ਫੋਲੋ ਕਰ ਲੈਂਦਾ। ਸੋ ਵਾਈ ਨਾਟ ਇੰਡੀਅਨ ਐਕਸੈਂਟ। ਆਇਲਸ ਐਗਜ਼ਾਮੀਨੇਸ਼ਨ ਦੇ ਵਿੱਚ ਆਪਾਂ ਇੱਕ ਜਾਲੀ ਐਕਸੈਂਟ ਨੂੰ ਅਡੋਪਟ ਨਹੀਂ ਕਰ ਸਕਦੇ, ਆਪਾਂ ਨੇ ਪ੍ਰਿਟੈਂਡ ਨਹੀਂ ਕਰਨਾ। ਜੋ ਆਪਣਾ ਅਸਲੀ ਐਕਸੈਂਟ ਆਪਾਂ ਨੇ ਉਹੀ ਯੂਜ਼ ਕਰਨਾ। ਔਰ ਇੱਕ ਚੀਜ਼ ਹੋਰ ਇੰਪੋਰਟੈਂਟ ਹੈ ਨੋਟਿਸ ਕਰਨ ਦੇ ਵਿੱਚ, ਸਮਟਾਈਮਸ ਇੱਕ ਵਰਡ ਦੀ ਪ੍ਰੋਨੰਸੀਏਸ਼ਨ ਅਮਰੀਕਨ ਔਰ ਬ੍ਰਿਟਿਸ਼ ਦੇ ਵਿੱਚ ਅਲੱਗ-ਅਲੱਗ ਹੋ ਸਕਦੀ ਹੈ। ਉੱਥੇ ਆਪਾਂ ਦੋਨਾਂ ਵਿੱਚੋਂ ਕੋਈ ਵੀ ਵਰਡ, ਦੋਨਾਂ ਵਿੱਚੋਂ ਕੋਈ ਵੀ ਪ੍ਰੋਨੰਸੀਏਸ਼ਨ ਨੂੰ ਯੂਜ਼ ਕਰ ਸਕਦੇ ਹਾਂ। ਜਿੱਦਾਂ ਕਿ UK ਦੇ ਵਿੱਚ ਇਨਹਾਂਸ ਬੋਲਿਆ ਜਾਂਦਾ ਔਰ ਇਹੀ ਵਰਡ ਦੀ ਐਗਜ਼ੈਕਟ ਪ੍ਰੋਨੰਸੀਏਸ਼ਨ USA ਦੇ ਵਿੱਚ ਇਨਹੈਂਸ ਹੈ। ਇਸ ਤੋਂ ਬਾਅਦ ਇੱਕ ਆਪਣੀ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਸਭ ਤੋਂ ਜ਼ਰੂਰੀ ਉਰੇ ਧਿਆਨ ਦੇਣ ਦੀ ਗੱਲ ਇਹ ਹੈ, ਰੇਂਜ ਔਰ ਐਕੂਰੇਸੀ। ਐਕੂਰੇਸੀ ਦਾ ਮਤਲਬ ਸਭ ਨੂੰ ਪਤਾ ਕਿ ਐਕੂਰੇਟ ਹੋਣੀ ਚਾਹੀਦੀ ਹੈ। ਆਈ ਸਪੀਕ, ਯੂ ਸਪੀਕ, ਸ਼ੀ ਸਪੀਕਸ। ਰੇਂਜ ਦੀ ਗੱਲ ਕਰਦੇ ਹਾਂ, ਰੇਂਜ ਦਾ ਸਭ ਤੋਂ ਜ਼ਰੂਰੀ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣੇ ਸਪੀਚ ਦੇ ਵਿੱਚ ਆਪਣੇ ਐਕਸਪ੍ਰੈਸ਼ਨਸ ਨੂੰ ਐਕਸਪ੍ਰੈਸ ਕਰਨਾ, ਆਪਣੇ ਆਈਡੀਆਜ਼ ਨੂੰ ਐਕਸਪ੍ਰੈਸ ਕਰਨਾ ਹੈ, ਤਾਂ ਹਮੇਸ਼ਾ ਤੁਸੀਂ ਸਿੰਪਲ ਸੈਂਟੈਂਸ ਦਾ ਹੀ ਯੂਜ਼ ਨਹੀਂ ਕਰਨਾ। ਤੁਹਾਡਾ ਜਿਹੜਾ ਸੈਂਟੈਂਸ ਹੈ ਉਹਦੇ ਵਿੱਚ ਵੈਰਾਈਟੀ ਹੋਣੀ ਚਾਹੀਦੀ ਹੈ, ਰੇਂਜ ਹੋਣੀ ਚਾਹੀਦੀ ਹੈ। ਰੇਂਜ ਕਿਆ ਹੈ? ਸਿੰਪਲ ਸੈਂਟੈਂਸ, ਕੰਪਾਊਂਡ ਸੈਂਟੈਂਸ, ਕੰਡੀਸ਼ਨਲ, ਕੰਪਲੈਕਸ, ਫਰੇਜ਼ਲ ਵਰਬ, ਪਾਸਟ ਪੋਸੀਬਿਲਿਟੀ, ਕੋਈ ਈਡੀਅਮ, ਸੂਟੇਬਲ ਈਡੀਅਮ, ਕੋਈ ਪ੍ਰਵਰਬ। ਇਹ ਸਾਰਿਆਂ ਦੇ ਨਾਲ ਤੁਸੀਂ ਇਹ ਚੀਜ਼ ਦੇਖਣੀ ਹੈ ਕਿ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਚਾਹੀਦੇ ਆ। ਐਗਜ਼ਾਮਪਲਸ ਇਸ ਤਰ੍ਹਾਂ ਨੇ ਇਹਨਾਂ ਦੀਆਂ। ਫੋਰ ਐਗਜ਼ਾਮਪਲ ਮੈਂ ਕਹਿ ਰਿਹਾ ਆਈ ਪਲੇ ਕ੍ਰਿਕਟ, ਸਿੰਪਲ ਸੈਂਟੈਂਸ। ਆਈ ਪਲੇ ਕ੍ਰਿਕਟ ਐਂਡ ਆਈ ਜਸਟ ਲਵ ਇਟ। ਉਸ ਤੋਂ ਬਾਅਦ I cannot attend the class because it's my cricket match today. Complex. Conditional. If we win the toss, we shall bat first. ਜੇਕਰ ਅਸੀਂ ਟੌਸ ਜਿੱਤ ਗਏ ਤਾਂ ਅਸੀਂ ਪਹਿਲਾਂ ਬੈਟਿੰਗ ਕਰਾਂਗੇ। ਕੰਡੀਸ਼ਨ ਹੈ, ਟੌਸ ਜਿੱਤਣ ਦੀ ਕੰਡੀਸ਼ਨ ਹੈ। ਉਸੇ ਤਰੀਕੇ ਦੇ ਨਾਲ ਜੇ ਕੋਈ ਮੈਂ ਕਹਾਂ ਫਰੇਜ਼ਲ ਵਰਬ, ਫਰੇਜ਼ਲ ਵਰਬ ਉਹ ਵਰਬ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਰਬ ਦੇ ਨਾਲ ਇੱਕ ਪ੍ਰੈਪੋਜੀਸ਼ਨ ਆ ਜਾਂਦੀ ਹੈ। ਫੋਰ ਐਗਜ਼ਾਮਪਲ ਰੂਲ ਆਊਟ ਇੱਕ ਫਰੇਜ਼ਲ ਵਰਬ ਹੈ ਜਿਹਦਾ ਕਈ ਮਤਲਬ ਨੇ, ਬਟ ਇੱਕ ਮਤਲਬ ਹੈ ਕਿ ਤੁਹਾਡਾ ਨਾਮ ਕਿਸੇ ਸੂਚੀ ਚੋਂ ਬਾਹਰ ਹੋ ਗਿਆ, ਤੁਹਾਨੂੰ ਐਕਸਕਲੂਡ ਕਰਤਾ, ਐਲੀਮੀਨੇਟ ਕਰਤਾ। ਐਗਜ਼ਾਮਪਲ ਮੈਂ ਦੇ ਰਿਹਾ, ਮਾਈ ਨੇਮ ਹੈਜ਼ ਬੀਨ ਰੂਲਡ ਆਊਟ ਆਫ ਦਾ ਅਪਕਮਿੰਗ ਟੂਰਨਾਮੈਂਟ। ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪਾਸਟ ਪੋਸੀਬਿਲਿਟੀ ਦੀ। ਕੋਈ ਚੀਜ਼ ਪਾਸਟ ਦੇ ਵਿੱਚ ਹੋ ਸਕਦੀ ਸੀ ਬਟ ਉਹ ਹੋਈ ਨਹੀਂ, ਕੋਈ ਚੀਜ਼ ਪਾਸਟ ਵਿੱਚ ਹੋਣੀ ਚਾਹੀਦੀ ਸੀ ਬਟ ਉਹ ਹੋਈ ਨਹੀਂ। ਫੋਰ ਐਗਜ਼ਾਮਪਲ ਵੀ ਕੁਡ ਹੈਵ ਵਨ ਦਾ ਮੈਚ, ਵੀ ਸ਼ੁੱਡ ਹੈਵ ਵਨ ਦਾ ਮੈਚ। ਸਾਨੂੰ ਮੈਚ, ਅਸੀਂ ਇਹ ਮੈਚ ਜਿੱਤ ਸਕਦੇ ਸੀ, ਸਾਨੂੰ ਇਹ ਮੈਚ ਜਿੱਤਣਾ ਚਾਹੀਦਾ ਸੀ। ਇਸੇ ਤਰੀਕੇ ਦੇ ਨਾਲ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਈਡੀਅਮਸ ਦੀ। ਈਡੀਅਮਸ ਦਾ ਮਤਲਬ ਇਹ ਹੈ ਕਿ ਜਿਹੜੇ ਵਰਡ ਆਪਾਂ ਯੂਜ਼ ਕਰ ਰਹੇ ਹਾਂ ਉਸ ਟਾਈਮ ਉਹ 2-3 ਵਰਡਸ ਦਾ ਉਹ ਐਕਚੁਅਲ ਮਤਲਬ ਨਹੀਂ ਹੈ ਜੋ ਆਪਾਂ ਨੂੰ ਲੱਗ ਰਿਹਾ, ਉਹਦਾ ਮਤਲਬ ਕੁਝ ਹੋ ਰਿਹਾ। ਇਹਦਾ ਸਭ ਤੋਂ ਇੱਕ ਅੱਛਾ ਐਗਜ਼ਾਮਪਲ ਹੋ ਸਕਦਾ ਆ ਬ੍ਰੇਕ ਦਾ ਆਈਸ। ਬ੍ਰੇਕ ਦਾ ਆਈਸ ਦਾ ਮਤਲਬ ਕੀ ਹੈ? ਚੁੱਪੀ ਤੋੜਨਾ। ਦੋ ਬੰਦੇ ਆਪਸ 'ਚ ਇੱਕ ਜਗ੍ਹਾ ਬੈਠੇ ਆ,
ਆਪਸ 'ਚ ਬੋਲ ਨਹੀਂ ਰਹੇ। ਫਿਰ ਇੱਕ ਬੰਦੇ ਨੇ ਚੁੱਪੀ ਤੋੜੀ ਤੇ ਦੂਜੇ ਬੰਦੇ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਤੁਹਾਡਾ ਕੀ ਹਾਲ ਚਾਲ ਹੈ। ਉੱਥੇ ਜਦੋਂ ਪਹਿਲੇ ਬੰਦੇ ਨੇ ਚੁੱਪੀ ਤੋੜੀ ਤਾਂ ਉਹਦਾ ਮਤਲਬ ਹੈ ਬ੍ਰੇਕ ਦਾ ਆਈਸ। ਐਗਜ਼ਾਮਪਲਸ ਤੁਸੀਂ ਨਾਲ ਦੀ ਨਾਲ ਚੈੱਕ ਕਰ ਸਕਦੇ ਆ। ਇਸ ਤੋਂ ਬਾਅਦ ਆਉਂਦਾ ਤੁਹਾਡੇ ਪ੍ਰੋਵਰਬਸ ਨੂੰ ਤੁਸੀਂ ਕ੍ਰੈਮ ਕਰਕੇ ਤੁਸੀਂ ਰੱਟਾ ਲਗਾ ਕੇ ਯਾਦ ਕਰ ਸਕਦੇ ਆ। ਬਟ ਅਗੇਨ ਮੈਂ ਕਹਿਣਾ ਚਾਹੂੰਗਾ ਸਹੀ ਜਗ੍ਹਾ ਤੇ ਸਹੀ ਪ੍ਰਵਰਬ ਬਹੁਤ ਜ਼ਰੂਰੀ ਹੈ ਲਗਾਉਣਾ। ਐਕਿਊਰੇਸੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇੱਕ ਚੀਜ਼ ਹਮੇਸ਼ਾ ਯਾਦ ਰੱਖਣਾ ਹੈ, ਜੇਕਰ ਤੁਸੀਂ ਬੋਲ ਸਕਦੇ ਆ ਪੈਸਿਵ ਦੇ ਵਿੱਚ ਤਾਂ ਜ਼ਿਆਦਾ ਅੱਛਾ ਹੈ। ਫੋਰ ਐਗਜ਼ਾਮਪਲ ਕੋਈ ਬੰਦਾ ਮੈਨੂੰ ਪੁੱਛ ਰਿਹਾ ਹੈ ਹੂ ਗੇਵ ਯੂ ਦਿਸ ਨੇਮ, ਤਾਂ ਮੈਂ ਕਹੂੰਗਾ ਮਾਈ ਪੇਰੈਂਟਸ ਗੇਵ ਮੀ ਦਿਸ ਨੇਮ। ਨਹੀਂ, ਇਸ ਤੋਂ ਅੱਛਾ ਕੀ ਹੋ ਸਕਦਾ ਹੈ, ਵੈਲ ਆਈ ਹੈਵ ਬੀਨ ਗਿਵਨ ਦਿਸ ਨੇਮ ਬਾय ਮਾਈ ਪੇਰੈਂਟਸ। ਮੈਂ ਪੈਸਿਵ ਦੇ ਵਿੱਚ ਜ਼ਿਆਦਾ ਬੋਲੂੰਗਾ। ਜੇਕਰ ਆਪ ਜੀ ਨੂੰ ਪੈਸਿਵ ਪਤਾ ਹੈ ਕੀ ਹੁੰਦੇ ਨੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਹੈ, ਨਾਟ ਇਵਨ ਇਨ ਸਪੀਕਿੰਗ ਮੋਡਿਊਲ ਬਟ ਆਲਸੋ ਇਨ ਰਾਈਟਿੰਗ ਮੋਡਿਊਲ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਵੋਕੈਬਲਰੀ ਔਰ ਲੈਕਸੀਕਲ ਰਿਸੋਰਸਿਸ ਦੀ ਡਿਮਾਂਡ ਕੀ ਹੈ ਇੱਕ ਅੱਛੇ ਬੈਂਡ ਸਕੋਰ ਦੇ ਲਈ। ਸਭ ਤੋਂ ਜ਼ਰੂਰੀ ਇਹ ਹੈ ਵੋਕੈਬ ਦੇ ਵਿੱਚ ਕਿ ਰਾਈਟ ਵਰਡ ਰਾਈਟ ਜਗ੍ਹਾ ਤੇ ਆਪਾਂ ਨੂੰ ਲਗਾਉਣਾ ਚਾਹੀਦਾ, ਬਿਲਕੁਲ ਐਕਿਊਰੇਸੀ ਦੇ ਨਾਲ। ਫੋਰ ਐਗਜ਼ਾਮਪਲ ਬਹੁਤ ਸਾਰੇ ਬੱਚੇ ਅਕਸਰ ਇਨਕਰੀਜ਼ ਔਰ ਡਿਕਰੀਜ਼ ਦਾ ਹੀ ਬਾਰ-ਬਾਰ ਯੂਜ਼ ਕਰਦੇ ਨੇ, ਬਟ ਇਹ ਗਲਤ ਹੈ। ਜੇਕਰ ਮੈਂ ਇਹ ਕਹਿਣਾ ਹੋਵੇ ਕਿ ਕਿਸੇ ਬੱਚੇ ਦੀ ਨੌਲੇਜ, ਕਿਸੇ ਬੱਚੇ ਦੀ ਵੋਕੈਬ ਅੱਗੇ ਤੋਂ ਕਾਫੀ ਜ਼ਿਆਦਾ ਇੰਪਰੂਵ ਹੋ ਚੁੱਕੀ ਹੈ, ਵੱਧ ਚੁੱਕੀ ਹੈ, ਤਾਂ ਮੈਂ ਉੱਥੇ ਇਨਕਰੀਜ਼ ਵਰਡ ਯੂਜ਼ ਨਹੀਂ ਕਰਾਂਗਾ, ਉੱਥੇ ਮੈਂ ਇਨਹਾਂਸ ਵਰਡ ਦਾ ਯੂਜ਼ ਕਰੂੰਗਾ। ਔਰ ਸੈਕਿੰਡ ਚੀਜ਼, ਜੇਕਰ ਪ੍ਰਾਈਜ਼ਸ ਵੱਧ ਰਹੇ ਨੇ ਤਾਂ ਮੈਂ ਇਹ ਨਹੀਂ ਕਹੂੰਗਾ ਕਿ ਪ੍ਰਾਈਜ਼ਸ ਅੱਗੇ ਨਾਲੋਂ ਇਨਕਰੀਜ਼ ਹੋ ਗਏ। ਐਕੂਰੇਟ ਵਰਡ ਹੈ ਹਾਈਕ। ਆਪਾਂ ਇੱਕ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਜੇਕਰ ਮੈਂ ਇਹ ਕਹਾਂ ਕਿ ਕਿਸੇ ਜਗ੍ਹਾ ਇੱਕ 100 kVA ਦਾ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਤੇ ਹੁਣ ਉਹਦੀ ਕਪੈਸਿਟੀ ਵਧਾ ਕੇ 200 ਕਰਤੀ, ਤਾਂ ਅਗੇਨ ਮੈਂ ਇਨਕਰੀਜ਼ ਵਰਡ ਦਾ ਯੂਜ਼ ਨਹੀਂ ਕਰਾਂਗਾ। ਐਕਿਊਰੇਟ ਵਰਡ ਸਭ ਤੋਂ ਜ਼ਰੂਰੀ ਹੈ, ਐਕਿਊਰੇਸੀ। ਐਕਿਊਰੇਟ ਵਰਡ ਉਰੇ ਹੈਗਾ ਔਗਮੈਂਟ। ਇਸੇ ਤਰੀਕੇ ਨਾਲ ਬਹੁਤ ਸਾਰੇ ਬੱਚੇ ਜਦੋਂ ਕੋਈ ਚੀਜ਼ ਘਟਦੀ ਹੈ ਤਾਂ ਇੱਕ ਹੀ ਵਰਡ ਯੂਜ਼ ਕਰਦੇ ਨੇ, ਇੱਕ ਹੀ ਵਰਡ ਦੀ ਰੈਪੀਟੀਸ਼ਨ ਕਰਦੇ ਹਨ, ਦੈਟ ਇਜ਼ ਡਿਕਰੀਜ਼। ਅਗੇਨ ਇਹ ਗਲਤ ਅਪਰੋਚ ਹੈ। ਫੋਰ ਐਗਜ਼ਾਮਪਲ ਜੇਕਰ ਕਿਸੇ ਦਾ ਸਟ੍ਰੈਸ ਘਟਦਾ ਆ ਤਾਂ ਉਹ ਡਿਕਰੀਜ਼ ਨਹੀਂ ਹੁੰਦਾ, ਉਹ ਰਿਲੀਵ ਹੁੰਦਾ। ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਕਹੀਏ ਕਿ ਕੋਈ ਮੈਟਲ ਹੈ, ਮੈਟਲ ਦਾ ਸਾਈਜ਼ ਅੱਗੇ ਨਾਲੋਂ ਘਟ ਗਿਆ ਤਾਂ ਮੈਟਲ ਕੰਟਰੈਕਟ ਹੋ ਗਈ। ਉਹਦੇ ਕੰਟਰੈਕਟ ਦਾ ਮਤਲਬ ਅਗਰੀਮੈਂਟ ਜਾਂ ਆਮ ਆਪਣੇ ਵਾਲਾ ਕੰਟਰੈਕਟ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਜੇਕਰ ਮੈਂ ਇਹ ਕਹੂੰਗਾ ਕਿ ਕੋਈ ਕੱਪੜਾ ਆ ਤੇ ਉਹ ਅੱਗੇ ਨਾਲੋਂ ਸਾਈਜ਼ 'ਚ ਛੋਟਾ ਹੋ ਗਿਆ ਤਾਂ ਓਬਵੀਅਸਲੀ ਉਹ ਸ਼ਰਿੰਕ ਹੋਇਆ। ਔਰ ਇੱਕ ਲਾਸਟ ਐਗਜ਼ਾਮਪਲ ਇਹ 'ਚ ਮੈਂ ਦੇਣੀ ਚਾਹੂੰਗਾ, ਰੱਬ ਨਾ ਕਰੇ ਕਿਸੇ ਦੀ ਕੋਈ ਰਿਫਿਊਜ਼ਲ ਆ ਗਈ ਕਿਸੇ ਤੋਂ, ਤਾਂ ਉਹਦੇ ਕਾਰਨ ਆਉਂਦੇ ਨੇ। ਉਹ ਕਾਰਨ ਦਾ ਮਤਲਬ ਉੱਥੇ ਰੀਜ਼ਨਸ ਨਹੀਂ ਹੁੰਦਾ, ਗਰਾਊਂਡਸ ਹੁੰਦਾ, ਗਰਾਊਂਡਸ ਆਫ ਰਿਫਿਊਜ਼ਲ ਹੁੰਦੇ ਨੇ। ਅਗੇਨ ਮੈਂ ਕਹਿਣਾ ਚਾਹੂੰਗਾ ਕਿ ਰਾਈਟ ਜਗ੍ਹਾ ਤੇ ਰਾਈਟ ਵਰਡ ਲਗਾ ਕੇ ਹੀ ਤੁਸੀਂ ਆਪਣਾ ਡਿਜ਼ਾਇਰੇਬਲ ਬੈਂਡ ਸਕੋਰ ਲੈ ਸਕਦੇ ਹੋ।